ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਦੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪ੍ਰਵਿੰਦਰ ਸਿੰਘ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿਧਾਇਕਾਂ ਦੇ ਦਿੱਲੀ ਧਰਨੇ ਬਾਰੇ, ਜਿਹਦੇ ਸਾਡਾ ਸਾਥ ਦੇਣਗੇ ਚਰਨਜੀਤ ਭੁੱਲਰ ਜੀ। ਇਹਨਾਂ ਦੀ ਕਾਲਮ ਨਵੀਸੀ ਨੂੰ ਸਾਡੇ ਪਾਠਕ ਬਿਹਤਰ ਜਾਣੂ ਹਨ। ਚਰਨਜੀਤ ਜੀ, ਤੁਹਾਡਾ ਸਵਾਗਤ ਹੈ। ਬੜੀ ਮਿਹਰਬਾਨੀ ਪਰਮਿੰਦਰ ਜੀ ਤੁਹਾਡੀ। ਅੱਜ ਤੁਸੀਂ ਸਾਨੂੰ ਦੱਸੋ ਵੀ ਪੰਜਾਬ ਦੇ ਦਿੱਲੀ ਜਿਹੜਾ ਵਿਧਾਇਕਾਂ ਦਾ ਧਰਨਾ ਸੀ, ਉਹਦੇ 'ਚੋਂ ਕੀ ਨਿਕਲਿਆ ਅਤੇ ਉਹਦੀ ਲੋੜ ਕਿਉਂ ਪਈ? ਜਿੱਥੋਂ ਤੱਕ ਤਾਂ ਗੱਲ ਇਹ ਹੈ ਪਰਮਿੰਦਰ ਕਿ ਜਿਸ ਤਰ੍ਹਾਂ ਤੁਸੀਂ ਕਹੇ ਕਿ ਲੋੜ ਕਿਉਂ ਪਈ, ਵੈਸੇ ਤਾਂ ਇਹ ਹੁੰਦਾ ਕਿ ਲੋਕ ਰਾਜ ਦੇ ਇਤਿਹਾਸ ਦੇ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਹੋਏਗਾ ਕਿ ਕਿਸੇ ਸੂਬੇ ਦੀ ਸਰਕਾਰ ਨੂੰ ਆਪਣੀ ਗੱਲ ਕਹਿਣ ਦੇ ਲਈ ਜਾਂ ਮੁਲਾਕਾਤ ਦਾ ਸਮਾਂ ਲੈਣ ਦੇ ਲਈ ਜਾਂ ਉਹ ਤੋਂ ਇਨਕਾਰ ਕਰਨ ਤੋਂ ਬਾਅਦ ਧਰਨਾ ਦੇਣ ਦੀ ਜਿਹੜੀ ਨੌਬਤ ਆਈ ਹੋਵੇ। ਇਸ ਕਿਸਮ ਦੇ ਮੌਕਾ ਪਹਿਲਾਂ ਕਦੇ ਨਹੀਂ ਆਇਆ, ਕਿਉਂਕਿ ਲੋਕ ਰਾਜ ਤਾਂ ਹੁੰਦਾ ਹੀ ਸਹਿਮਤੀ ਅਸਹਿਮਤੀ ਦਾ ਨਾਂ ਹੈ। ਇੱਕ ਤਰ੍ਹਾਂ ਦਾ ਲੋਕ ਰਾਜ ਦੀ ਜਿਹੜੀ ਪਰਿਭਾਸ਼ਾ ਹੈ ਜਾਂ ਦਾਇਰਾ ਹੈ ਉਹ ਕਾਫੀ ਵੱਡਾ ਹੈ। ਪਰ ਜਿਹੜੀ ਸਾਡੀ ਮੌਜੂਦਾ ਸਰਕਾਰ ਹੈ ਸੈਂਟਰ ਦੀ, ਇਸ ਨੂੰ ਅਸੀਂ ਲੋਕ ਰਾਜੀ ਸਰਕਾਰ ਨਹੀਂ ਕਹਿ ਸਕਦੇ। ਸੰਵਿਧਾਨਕ ਤੌਰ 'ਤੇ ਚਾਹੇ ਹੱਕ ਰੱਖਦੀ ਹੈ ਕਿ ਉਹਨਾਂ ਕੋਲ 56% ਹੈ ਜਿਹੜੇ ਉਹ MP ਹੈ, ਚੁਣੀ ਹੋਈ ਸਰਕਾਰ ਹੈ, ਪਰ ਅਸੀਂ ਇਸ ਨੂੰ ਹਿਊਮਨਵਾਦੀ ਸਰਕਾਰ ਦਾ ਨਾਂ ਦੇ ਸਕਦਾ ਕਿ ਹਿਊਮਾ ਬਹੁਤ ਹੈ ਉਹਦੇ ਕੋਲ। ਈਗੋਇਸਟਿਕ ਗੌਰਮੈਂਟ ਹੈ ਸਾਡੀ ਕਿ ਜਿਹੜੀ ਗੱਲਬਾਤ ਦੇ ਰਾਹ ਤੋਂ ਭੱਜ ਰਹੀ ਹੈਗੀ ਹੈ। ਦੇਖੋ, ਲੋਕ ਰਾਜ ਦੇ ਵਿੱਚ ਇਹ ਨਹੀਂ ਹੁੰਦਾ ਪਰਮਿੰਦਰ ਕਿ ਤੁਸੀਂ ਇੱਕ ਦਿਨ 'ਚ ਵੋਟਾਂ ਲਈਆਂ ਅਤੇ ਵੋਟਾਂ ਪਾਈਆਂ ਅਤੇ ਤੁਸੀਂ ਗੱਦੀ ਹਾਸਲ ਕੀਤੀ ਅਤੇ ਗੱਲ ਖਤਮ ਹੋ ਗਈ। ਉਸ ਤੋਂ ਬਾਅਦ ਵੀ ਤੁਸੀਂ ਲੋਕਾਂ ਦੀ ਰਾਏ ਨੂੰ, ਲੋਕਾਂ ਦੀ ਤਾਕਤ ਨੂੰ ਨਾਲ ਲੈ ਕੇ, ਲੋਕ ਰਾਜ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਲਏ ਗਏ ਫੈਸਲੇ ਗੌਰਮੈਂਟ ਦੇ ਜਾਂ ਲੋਕਾਂ ਦੇ ਲਈ ਬਣਾਈਆਂ ਗਈਆਂ ਪਾਲਿਸੀਆਂ ਉਹ ਮੈਜੋਰਟੀ ਨੂੰ ਪ੍ਰਵਾਨ ਹੋਣ, ਅਤੇ ਮੈਜੋਰਟੀ ਦੇ ਬਾਰੇ ਤੌਖਲੇ ਵੀ ਹੋ ਸਕਦੇ ਲੋਕਾਂ ਦੀ, ਕਿਉਂਕਿ ਲੋਕ ਰਾਜ ਦੇ ਵਿੱਚ ਜਿਹੜੇ ਮਾਲਕ ਹੈ ਉਹ ਤਾਂ ਲੋਕ ਨਹੀਂ ਗੇ ਨਾ। ਅਸੀਂ ਤਾਂ ਉਹਨਾਂ ਨੂੰ ਸੇਵਕ ਦਾ ਦਰਜਾ ਦਿੰਦੇ ਹਾਂ। ਆਪ ਜਿਹੜੀ ਚੁਣੀ ਹੋਈ ਸਰਕਾਰ ਹੁੰਦੀ ਹੈ ਤਾਂ ਮਾਲਕਾਂ ਦੀ ਗੱਲ ਸੁਣਨ ਦਾ ਇੱਕ ਨੈਤਿਕ ਤੌਰ 'ਤੇ ਵੀ ਸਾਡਾ ਫਰਜ਼ ਬਣਦਾ ਹੈਗਾ। ਤਾਂ ਪਰ ਇਹ ਜਿਹੜੀ ਸਰਕਾਰ ਹੈ ਮੌਜੂਦਾ, ਇਹ ਇਸ ਗੱਲ ਤੋਂ ਭੱਜ ਰਹੀ ਹੈਗੀ ਹੈ। ਜਿਸ ਤਰ੍ਹਾਂ ਹੁਣ ਜਦੋਂ ਦੇ ਖੇਤੀ ਕਾਨੂੰਨ ਵਾਲਾ ਇਸ਼ੂ ਆਇਆ, ਚਾਹੀਦਾ ਤਾਂ ਇਹ ਸੀ ਕਿ ਜਿਹੜੇ ਲੋਕਾਂ ਦੇ ਤੌਖਲੇ ਹੈ, ਕਿਸਾਨਾਂ ਦੇ ਡਰ ਹੈ, ਜਾਂ ਕਿਸਾਨ ਚਾਹੁੰਦੇ ਕੀ ਨੇ, ਜਾਂ ਸਾਡੀ ਸਰਕਾਰ ਕਹਿੰਦੀ ਹੈ ਕਿ ਇਹ ਜਿਹੜੇ ਕਾਨੂੰਨ ਹੈ ਇਹ ਕਿਸਾਨੀ ਦੀ ਭਲਾਈ ਵਾਲੇ ਨੇ। ਜੇ ਭਲਾਈ ਵਾਲੇ ਨੇ ਤਾਂ ਸਰਕਾਰ ਕੋਲ ਇੱਕ ਵਧੀਆ ਮੌਕਾ ਹੈਗਾ ਕਿ ਲੋਕਾਂ ਨਾਲ, ਕਿਸਾਨਾਂ ਨੂੰ ਮਿਲੇ ਜੇ ਉਹਨਾਂ ਦੀ ਭਲਾਈ ਲਈ। ਫਿਰ ਕੀ ਹਰਜ਼ ਹੈ? ਮੁਲਾਕਾਤ ਦੇ ਵਿੱਚ ਕੀ ਹਰਜ਼ ਹੈ? ਮੀਟਿੰਗ ਦੇ ਵਿੱਚ ਕੀ ਹਰਜ਼ ਹੈ? ਤਾਂ ਇਹ ਜ਼ਰੂਰੀ ਹੈ। ਤਾਂ ਜਦੋਂ ਇਹ ਸਾਡੀ ਲੋਕਾਂ ਦੀ ਗੱਲ ਦੀ ਸੁਣਵਾਈ ਨਹੀਂ ਹੁੰਦੀ, ਨਹੀਂ ਸੁਣੀ ਜਾਂਦੀ, ਟੇਬਲ 'ਤੇ ਨਹੀਂ ਬਹਿੰਦੇ ਅਸੀਂ, ਤਾਂ ਲੋਕਾਂ ਕੋਲ ਇਹ ਇੱਕ ਲੋਕ ਰਾਜ ਵਿੱਚ ਦਿੱਤਾ ਹੋਇਆ ਹਥਿਆਰ ਹੈ ਕਿ ਅਸੀਂ ਆਪਣਾ ਪ੍ਰਦਰਸ਼ਨ ਕਰ ਸਕਦੇ ਹਾਂ ਆਪਣੀ ਗੱਲ ਕਹਿਣ ਦੇ ਲਈ। ਜਾਂ ਅੱਜ ਵੀ ਉੱਥੇ ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕਾਂ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ 'ਚ ਕਿਉਂ ਧਰਨਾ ਦੇਣਾ ਪਿਆ, ਕਿਉਂ ਰੋਸ ਜ਼ਾਹਰ ਕਰਨਾ ਪਿਆ, ਉਸ ਦਾ ਇਹ ਸੀ ਕਿ ਉਹਨਾਂ ਦੀ ਗੱਲ ਹੈ ਜਿਹੜੀ ਉਹ ਸੁਣੀ ਨਹੀਂ ਸੀ ਜਾ ਰਹੀ। ਇਹ ਕੋਈ ਪਹਿਲਾ ਮੌਕਾ ਨਹੀਂ। ਪਹਿਲਾਂ ਵੀ ਅਮਰਿੰਦਰ ਸਿੰਘ 17 ਸਾਲ ਪਹਿਲਾਂ, ਜਦੋਂ ਪਹਿਲਾਂ ਇਹਨਾਂ ਦੀ ਪਹਿਲੀ ਪਾਰੀ ਸੀ, ਉਦੋਂ ਵੀ ਸੈਂਟਰ ਦੇ ਵਿੱਚ ਵਾਜਪਾਈ ਗੌਰਮੈਂਟ ਸੀ, ਤਾਂ ਉਦੋਂ ਪ੍ਰੋਕਿਉਰਮੈਂਟ ਦੇ ਇਸ਼ੂ 'ਤੇ ਵੀ ਧਰਨਾ ਦਿੱਤਾ ਗਿਆ ਸੀਗਾ, ਪਰ ਉਦੋਂ ਮਾਹੌਲ ਹੋਰ ਕਿਸਮ ਦਾ ਸੀ। ਹੁਣ ਤਾਂ ਇਹ ਹੈ ਕਿ ਸਾਨੂੰ ਮਿਲਣ ਤੋਂ ਇਨਕਾਰ ਹੀ ਕਰ ਦਿੱਤਾ ਗਿਆ, ਗੱਲ ਕਹਿਣ ਤੋਂ, ਸੁਣਨ ਤੋਂ ਹੀ ਅਸੀਂ ਇਨਕਾਰੀ ਹੋ ਗਏ ਹਾਂ। ਅਤੇ ਇਵੇਂ ਜਿਵੇਂ ਜਿਸ ਟਾਈਮ ਮਨਮੋਹਨ ਸਿੰਘ ਦੀ ਸਰਕਾਰ ਸੀ, ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਪੈਡੀ ਅਤੇ ਬੋਨਸ ਨੂੰ ਲੈ ਕੇ ਮੁਜ਼ਾਹਰਾ ਦਿੱਲੀ ਦੇ ਵਿੱਚ ਕੀਤਾ ਸੀ। ਪਰ ਇਹ ਜਿਹੜਾ ਜੋ ਅੱਜ ਧਰਨਾ ਹੋਇਆ, ਇਹ ਆਪਣੀ ਕਿਸਮ ਦਾ ਹੈ ਕਿ ਜਦੋਂ ਸਾਡੀ ਗੱਲ ਨਾ ਸੁਣੀ ਜਾਂਦੀ ਹੋਵੇ। ਤਾਂ ਅੱਜ ਦਾ ਜਿਹੜਾ ਧਰਨਾ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ, ਦੇ ਵਿੱਚੋਂ ਨਿਕਲਿਆ ਕੀ, ਤਾਂ ਉਸ ਜਿੰਨੀਆਂ ਕੁ ਰਿਪੋਰਟਾਂ ਸਾਡੇ ਕੋਲ ਹੁਣ ਤੱਕ ਸਾਹਮਣੇ ਆਈਆਂ, ਉਹਨਾਂ ਦੇ ਬਿਹਾਫ 'ਤੇ ਮੈਂ ਆਪਣੇ ਦਰਸ਼ਕਾਂ ਨਾਲ ਇਹਦੀ ਥੋੜ੍ਹੀ ਬਰੀਫਿੰਗ ਜਿਹੜੀ ਕਰਨਾ ਚਾਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਸੂਬੇ ਹੀ ਜਿਹੜੇ ਹੈਗੇ ਉਹ 10:30 ਵਜੇ ਦੇ ਕਰੀਬ ਦਿੱਲੀ ਪਹੁੰਚ ਗਏ ਸੀ, ਅਤੇ ਉਹ ਕੁਛ MPs ਨੂੰ ਲੈ ਕੇ ਅੱਜ ਉੱਥੇ ਰਾਜਘਾਟ ਹੈ ਜਿਹੜੇ ਗਏ ਪਹਿਲਾਂ, ਕਿਉਂਕਿ ਉੱਥੇ ਦਫਾ 144 ਦਿੱਲੀ ਗੌਰਮੈਂਟ ਨੇ ਲਾਈ ਹੋਈ ਸੀ। ਤਾਂ ਜਿਹੜੇ ਇਹਨਾਂ ਦੇ ਵਿਧਾਇਕ ਹੈ ਜਿਹੜੇ ਜੋ ਮੋਸਟਲੀ ਕੱਲ੍ਹ ਹੀ ਦਿੱਲੀ ਦੇ ਵਿੱਚ ਪਹੁੰਚ ਗਏ ਸੀ, ਉਹਨਾਂ ਨੇ ਅੱਜ ਪੰਜਾਬ ਭਵਨ ਤੋਂ 2-2.5 ਕਿਲੋਮੀਟਰ ਪੈਦਲ ਚੱਲ ਕੇ ਉਸ ਤੋਂ ਬਾਅਦ ਜੰਤਰ ਮੰਤਰ ਵਿਖੇ ਜਿਹੜਾ ਹੈਗਾ ਸੰਕੇਤਿਕ ਧਰਨਾ ਦਿੱਤਾ, ਜਿਹਦੇ ਵਿੱਚ ਬਾਅਦ ਦੇ ਵਿੱਚ ਤਕਰੀਬਨ 12:30 ਵਜੇ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਧਰਨੇ ਦੇ ਵਿੱਚ। ਅਤੇ ਅੱਜ ਮੀਨ ਟਾਈਮ ਕੀ ਹੋਇਆ ਕਿ ਸਾਡੇ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ ਅਤੇ ਤਕਰੀਬਨ 6-7 MLA ਹੋਰ ਜਦੋਂ ਦਿੱਲੀ ਦੀ ਜੂਹ ਦੇ ਵਿੱਚ ਦਾਖਲ ਹੋ ਰਹੇ ਸੀ, ਤਾਂ ਦਿੱਲੀ ਪੁਲਿਸ ਨੇ ਉਹਨਾਂ ਨੂੰ ਉੱਥੇ ਰੋਕ ਦਿੱਤਾ ਸੀ।
ਤਾਂ ਜਦੋਂ ਉਹਨਾਂ ਨੇ ਫੇਸਬੁੱਕ ਤੇ ਲਾਈਵ ਹੋ ਕੇ ਆਪਣੀ ਗੱਲ ਕਹੀ ਤਾਂ ਫਿਰ ਦਿੱਲੀ ਸਰਕਾਰ ਨੂੰ ਜਿਹੜਾ ਥੋੜਾ ਨਰਮ ਪੈਣਾ ਪਿਆ। ਉਸ ਤੋਂ ਬਾਅਦ ਉਹਨਾਂ ਨੇ ਵੀ ਉੱਥੇ ਧਰਨੇ 'ਚ ਸ਼ਮੂਲੀਅਤ ਕੀਤੀ। ਤਾਂ ਅੱਜ ਦੇ ਧਰਨੇ ਦੇ ਵਿੱਚ ਮੁੱਖ ਮੰਤਰੀ ਨੇ ਜਿਹੜੇ ਮੋਟੇ ਤੌਰ ਤੇ 2-3 ਗੱਲਾਂ ਉੱਥੇ ਕਹੀਆਂ। ਇੱਕ ਤਾਂ ਉਹਨਾਂ ਨੂੰ ਸੈਂਟਰ ਗਵਰਨਮੈਂਟ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਕੋਈ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਕਿਸਾਨਾਂ ਦਾ ਜਿਹੜੀ ਦੇਸ਼ ਦੀ ਅਮਨ ਸ਼ਾਂਤੀ ਹੈ ਉਸ ਨੂੰ ਭੰਗ ਕਰਨ ਦਾ ਕੋਈ ਮੂਡ ਨਹੀਂ ਹੈ, ਔਰ ਲੋਕ ਬੜੇ ਇੱਕ ਜ਼ਾਬਤੇ 'ਚ ਰਹਿ ਕੇ ਆਪਣਾ ਪ੍ਰੋਟੈਸਟ ਕਰ ਰਹੇ ਨੇ। ਔਰ ਉਹਨਾਂ ਨੇ ਗਰੰਟੀ ਦਿੱਤੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਇਸ ਕਿਸਮ ਦਾ ਕੋਈ ਵਾਕਿਆ ਨਹੀਂ ਹੋਏਗਾ। ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਨੇ ਪਹਿਲਾਂ ਕਿਹਾ ਸੀ ਕਿ ਸਾਨੂੰ ਰੇਲਵੇ ਨੂੰ ਸੁਰੱਖਿਆ ਦਿੱਤੀ ਜਾਵੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਟਾਲੀਅਨਾਂ ਜਿਹੜੀਆਂ ਆਪਣੀਆਂ ਰੇਲਵੇ ਸਟੇਸ਼ਨਾਂ 'ਤੇ ਬਿਠਾਉਣ ਨੂੰ ਤਿਆਰ ਹਾਂ। ਇਸ ਗੱਲੋਂ ਤੁਹਾਨੂੰ ਕਿਸੇ ਕਿਸਮ ਦੇ ਕੋਈ ਤੌਖਲੇ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਪਰਮਿੰਦਰ, ਮੈਂ ਇੱਕ ਗੱਲ ਇਹਦੇ ਵਿੱਚ ਹੋਰ ਵੀ ਐਡ ਕਰਦਾ। ਮੇਰੀ ਥੋੜ੍ਹੇ ਦਿਨ ਕੱਲ੍ਹ ਪਰਸੋਂ ਰੇਲਵੇ ਦੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਜਦੋਂ ਸਰਦੀਆਂ ਦੇ ਮੌਸਮ ਦੇ ਵਿੱਚ ਇੱਕ ਮਾਸ ਲੈਵਲ 'ਤੇ ਸਾਰੀ ਵੈਸੇ ਤਾਂ ਰੂਟੀਨ 'ਚ ਚੱਲਦੀ ਰਹਿੰਦੀ ਹੈ ਪੈਟਰੋਲਿੰਗ ਉਹਨਾਂ ਦੀ, ਉਹ ਆਪਣੇ ਜਿਹੜੇ ਰੇਲ ਮਾਰਗ ਹੈ ਉਹਨਾਂ ਦੀ ਮੁਰੰਮਤ ਲਈ ਉਹਨੇ ਚੈਕਿੰਗ ਕਰਦੇ ਆ। ਉਹ ਕਹਿੰਦੇ ਸਾਨੂੰ ਕਿਤੇ ਵੀ ਥੋੜ੍ਹੀ ਜਿਹੀ ਵੀ ਆਂਚ ਆਈ ਹੋਈ ਕਿਤੇ ਨਹੀਂ ਦਿਖਾਈ ਦਿੱਤੀ। ਹਾਲਾਂਕਿ ਪੰਜਾਬ ਦੇ ਵਿੱਚ ਕਿੰਨੇ ਰੇਲ ਮਾਰਗਾਂ 'ਤੇ ਕਿਸਾਨ ਬੈਠੇ ਸੀ, ਮਾਰਗ ਬਿਲਕੁਲ ਸਹੀ ਨੇ, ਰੇਲ ਮਾਰਗ ਬਿਲਕੁਲ ਓਕੇ ਨੇ, ਕਿਤੇ ਵੀ ਇਦਾਂ ਦੀ ਕੋਈ ਗੱਲ ਨਹੀਂ ਹੋਈ। ਤਾਂ ਇਹ ਤੋਂ ਸਾਫ਼ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਦਾ ਪ੍ਰੋਟੈਸਟ ਸੀ ਉਹ ਪੀਸਫੁਲੀ ਜਿਹੜਾ ਸੀ ਉਹ ਚੱਲ ਰਿਹਾ ਸੀਗਾ। ਇਹ ਤੋਂ ਇਲਾਵਾ ਅਮਰਿੰਦਰ ਸਿੰਘ ਨੇ ਪੰਜਾਬ ਦੀ ਸਥਿਤੀ ਤੋਂ ਜਾਣੂ ਕਰਾਇਆ ਕਿ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੇ ਬੰਦ ਹੋਣ ਤੋਂ ਬਾਅਦ ਪੰਜਾਬ ਦੇ ਜਿਹੜੇ ਥਰਮਲ ਹੈ ਉਹ ਤਕਰੀਬਨ ਸਾਰੇ ਬੰਦ ਹੋ ਗਏ ਨੇ। ਔਰ ਜਿਹੜੀ ਸਾਡੀ ਇਸ ਵੇਲੇ ਬਿਜਲੀ ਦੀ ਡਿਮਾਂਡ ਹੈਗੀ ਹੈ ਜਿਹੜੀ ਰਾਤ ਵੇਲੇ ਦੀ 3400 ਮੈਗਾਵਾਟ ਦੇ ਕਰੀਬ, ਤਾਂ ਉਹਦੀ ਸਾਡੀ ਜੋ ਦਿਨ ਦੀ ਡਿਮਾਂਡ ਹੈ ਉਹਦੀ ਪੂਰਤੀ ਲਈ ਸਾਡੇ ਕੋਲੇ ਜਿਹੜੇ ਹੋਰ ਜਿਹੜੇ ਅਲਟਰਨੇਟਿਵ ਉਹ ਮੌਜੂਦ ਨਹੀਂ। ਵੈਸੇ ਅਸੀਂ ਚਾਹੇ ਸੈਂਟਰ ਪੂਲ ਦੇ ਵਿੱਚੋਂ ਨੈਸ਼ਨਲ ਗ੍ਰਿਡ ਤੋਂ ਜਿਹੜੇ ਹੈਗੀ ਹੈ ਬਿਜਲੀ ਲੈ ਰਹੇ ਹੈਗੇ ਆ, ਪਰ ਹਾਲਾਤ ਸਾਡੇ ਸੁਖਾਵੇਂ ਨਹੀਂ। ਜਿਸ ਤਰ੍ਹਾਂ ਕੱਲ੍ਹ CM ਸਾਹਿਬ ਨੇ ਕੱਲ੍ਹ ਵੀ ਕਿਹਾ ਸੀਗਾ ਕਿ ਸਾਨੂੰ ਆਉਣ ਵਾਲੇ ਦਿਨਾਂ 'ਚ ਜਿਹੜੇ ਹੋਰ ਪਾਵਰ ਕੱਟ ਹੈ ਜਿਹੜੇ ਉਹ ਲਾਉਣੇ ਪੈਣਗੇ ਕਿਉਂਕਿ ਸਾਡੇ ਕੋਲ ਕੋਈ ਚਾਰਾ ਨਹੀਂ ਬਚਿਆ। ਇਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਹੈ ਕਿ ਸਾਡੇ ਕੋਲ ਖਾਦ ਦੀ ਬੜੀ ਵੱਡੀ ਕਿੱਲਤ ਹੈ ਆਉਣ ਵਾਲੇ ਟਾਈਮ ਦੇ ਵਿੱਚ। ਜਿਵੇਂ ਯੂਰੀਆ ਖਾਦ ਹੈ ਉਹ ਸਿਰਫ ਜਿੰਨੀ ਡਿਮਾਂਡ ਹੈ ਸਾਡੇ ਕੋਲ 10% ਖਾਦ ਹੀ ਇਸ ਵੇਲੇ ਮੌਜੂਦ ਹੈਗੀ ਹੈ। ਇਸ ਤਰ੍ਹਾਂ ਸਾਡੀ ਇੰਡਸਟਰੀ ਕਿੰਨੀ ਹਿੱਟ ਹੋ ਰਹੀ ਹੈ ਮਾਲ ਗੱਡੀਆਂ ਦੇ ਬੰਦ ਹੋਣ ਨਾਲ। ਇਸ ਤੋਂ ਬਿਨਾਂ ਉਹਨਾਂ ਨੇ ਇਹ ਵੀ ਗੱਲ ਉਠਾਈ ਜਿਸ ਤਰ੍ਹਾਂ ਪਹਿਲਾਂ ਉਠਾ ਚੁੱਕੇ ਨੇ ਕਿ J&K ਨੂੰ ਜਿਹੜੀ ਸਾਡੀ ਸਿਕਿਉਰਿਟੀ ਦੇ ਐਂਗਲ ਤੋਂ ਜੁੜੀ ਹੋਈ ਹੈ, ਜਿਵੇਂ ਦੂਸਰੇ ਵਿਧਾਇਕ ਜਾਂ MP ਵੀ ਕਹਿ ਚੁੱਕੇ ਨੇ ਕਿ ਸਾਡਾ ਬਾਰਡਰ ਸਟੇਟ ਪਾਕਿਸਤਾਨ ਹੈ, ਅਗਰ ਪੰਜਾਬ ਦੇ ਵਿੱਚ ਬਲੈਕਆਊਟ ਹੁੰਦਾ ਹੈ ਤਾਂ ਸਾਡੇ ਜਿਹੜੇ ਨੇਬਰਰ ਕੰਟਰੀ ਹੈਗੇ ਉਹਨਾਂ ਨੂੰ ਇੱਕ ਕਿਸਮ ਦਾ ਮੌਕਾ ਮਿਲ ਸਕਦਾ ਹੈਗਾ। ਅਤੇ ਜਿਹੜੀਆਂ ਦੂਜੀਆਂ ਫੋਰਸਸ ਹੈ ਸਾਡੇ ਡਿਸਰਵ ਕਰਨੀ ਚਾਹੁੰਦੀ ਸਾਡੀ ਸ਼ਾਨ ਪੀਸ ਨੂੰ, ਸਾਡੇ ਅਮਨ ਨੂੰ, ਪੰਜਾਬ ਦੇ ਜਾਂ ਮੁਲਕ ਦੇ ਨੂੰ, ਉਹਨਾਂ ਨੂੰ ਵੀ ਇਹ ਇੱਕ ਮੌਕਾ ਮਿਲਦਾ ਹੈ ਅਗਰ ਰੇਲ ਗੱਡੀਆਂ ਨੂੰ ਇਸ ਤਰ੍ਹਾਂ ਬੰਦ ਰੱਖਿਆ ਜਾਂਦਾ ਹੈ। ਉਹਦੇ ਨਾਲ ਸਾਡਾ ਜਿਹੜਾ ਕ੍ਰਾਈਸਿਸ ਹੈ ਹੋਰ ਉਹ ਗੂੜਾ ਹੁੰਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ GST ਦੇ 10,000 ਕਰੋੜ ਰੁਪਏ ਦਾ ਮੁਆਵਜ਼ਾ ਸਾਡਾ ਜਿਹੜਾ ਪੈਂਡਿੰਗ ਪਿਆ ਹੈ ਉਹਦਾ ਮੁੱਦਾ ਵੀ ਉਹਨਾਂ ਨੇ ਸੈਂਟਰ ਕੋਲ ਉਠਾਇਆ ਹੈਗਾ। ਅਤੇ ਕੁੱਲ ਮਿਲਾ ਕੇ ਇਹਨਾਂ ਦਾ ਜਿਹੜਾ ਅੱਜ CM ਸਾਹਿਬ ਦਾ ਪ੍ਰੋਟੈਸਟ ਸੀਗਾ ਉਹ ਸੰਕੇਤਕ ਸੀ। ਤਕਰੀਬਨ 1 ਘੰਟਾ ਉੱਥੇ ਉਹ ਪ੍ਰੋਟੈਸਟ ਚੱਲਿਆ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਬੋਲੇ, ਜਿਹਦੇ ਵਿੱਚ ਖਹਿਰਾ ਵੀ ਬੋਲੇ, ਜਿਹਦੇ ਵਿੱਚ ਪਰਮਿੰਦਰ ਢੀਂਡਸਾ ਵੀ ਬੋਲੇ। ਸਾਰਿਆਂ ਨੂੰ ਮੌਕਾ ਦਿੱਤਾ ਗਿਆ ਔਰ ਉੱਥੇ ਇੱਕ ਜਿਹੜੀ ਬਾਹਰੀ ਤੌਰ 'ਤੇ ਇੱਕ ਪ੍ਰਭਾਵ ਦਿੱਤਾ ਗਿਆ ਕਿ ਜਿਸ ਤਰ੍ਹਾਂ CM ਸਾਹਿਬ ਖੁਦ ਬੈਠੇ ਸੀ, ਜਿੱਥੇ ਉਹਨਾਂ ਦੀ ਇੱਕ ਸਾਈਡ 'ਤੇ ਜਿਹੜਾ ਸੁਖਪਾਲ ਸਿੰਘ ਖਹਿਰਾ ਬੈਠੇ ਸੀ, ਦੂਸਰੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਬੈਠੇ ਸੀ, ਤਾਂ ਉੱਥੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੈਂਟਰ ਨੂੰ ਕਿ ਅਸੀਂ ਸਿਆਸੀ ਲੋਕ ਸਾਰੇ ਇਕਜੁੱਟ ਹਾਂ। ਇਹ ਵੱਖਰੀ ਗੱਲ ਹੈ ਕਿ ਦੂਸਰੀਆਂ ਕੁਝ ਧਿਰਾਂ ਜਿਹੜੀਆਂ ਉੱਥੋਂ ਮੇਨ ਧਿਰਾਂ ਉਹ ਗੈਰ ਹਾਜ਼ਰ ਵੀ ਸੀਗੀਆਂ। ਇਹ ਇੱਕ ਵੱਖਰਾ ਇਸ਼ੂ ਹੈ। ਪਰ ਅੱਜ ਦੇ ਪ੍ਰੋਟੈਸਟ ਨੂੰ ਦੇਖਦੇ ਹੋਏ ਕਿ ਜਿਸ ਤਰ੍ਹਾਂ ਸ਼ੁਰੂ ਤੋਂ ਸੁਬਾਹ ਇਹ ਲੱਗ ਰਿਹਾ ਸੀ ਕਿ ਸੈਂਟਰ ਗਵਰਨਮੈਂਟ ਕਿਤੇ ਰੋਕ ਵੀ ਸਕਦੀ ਹੈ ਇਹਨਾਂ ਨੂੰ, ਪਰ ਅਜਿਹਾ ਕਿਤੇ ਨਹੀਂ ਹੋਇਆ। ਜਾਂ ਇੱਕ ਇਹ ਵੀ ਸੀ ਕਿ CM ਸਾਹਿਬ ਅੱਜ ਉੱਥੇ ਮੀਟਿੰਗ ਕਰਨਗੇ, ਉਹਦੇ ਤੋਂ ਬਾਅਦ ਇਹ ਇੱਕ ਪ੍ਰੋਟੈਸਟ ਹੈ ਜਿਹੜਾ ਲੰਬਾ ਚੱਲੇਗਾ, ਪਰ ਅਜਿਹਾ ਕੁਝ ਨਹੀਂ ਹੋਇਆ। ਪਰ ਉਹਨਾਂ ਨੇ ਇਹ ਸੰਕੇਤਕ ਧਰਨਾ ਦੇਣ ਤੋਂ ਬਾਅਦ ਇਹ ਧਰਨਾ ਜਿਹੜਾ ਸਮਾਪਤ ਕਰ ਦਿੱਤਾ ਔਰ ਇਹ ਜਿਹੜੀ ਗੇਂਦ ਹੈ ਉਹ ਹੁਣ ਸੈਂਟਰ ਦੇ ਪਾਲੇ 'ਚ ਸਿੱਟੀ ਗਈ ਹੈ। ਔਰ ਇਹਦਾ ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਕੀ ਨਿਕਲਿਆ ਕੀ, ਇਹਦਾ ਇੰਨਾ ਕੁ ਅਸਰ ਪਿਆ ਹੈ, ਜਿਵੇਂ ਆਪਾਂ ਕਹਿੰਦੇ ਪੰਜਾਬੀ 'ਚ ਕਹਿ ਦਿੰਦੇ ਹਾਂ ਕਿ ਇੱਕ ਸੂਤਕ ਜਿੰਨਾ ਅਸਰ ਪੈ ਗਿਆ ਕਿ ਜਿਹੜੀ ਹੱਠ ਸੀਗੀ ਸੈਂਟਰ ਗਵਰਨਮੈਂਟ ਦੀ, ਜਿਹੜੀ ਗੱਲਬਾਤ ਲਈ ਤਿਆਰ ਨਹੀਂ ਸੀ, ਉਹਨਾਂ ਨੇ ਸਿਰਫ ਜਿਹੜਾ ਸਾਡੇ ਰੇਲਵੇ ਮਿਨਿਸਟਰ ਹੈ ਸੈਂਟਰ ਦੇ, ਉਹਨਾਂ ਨੇ ਕੱਲ੍ਹ 1 ਵਜੇ ਜਿਹੜਾ ਸਾਡੇ MPs ਹੈ ਉਹਨਾਂ ਨੂੰ ਸਮਾਂ ਦਿੱਤਾ ਹੈਗਾ। ਅਤੇ ਸ਼ੁਰੂ ਤੋਂ ਆਪਾਂ ਜੇ ਨਜ਼ਰ ਮਾਰੀਏ, ਜਦੋਂ ਦਾ ਸਾਡੇ ਕਿਸਾਨਾਂ ਨੂੰ ਖੇਤੀ ਕਾਨੂੰਨ ਬਣਨ ਤੋਂ ਬਾਅਦ ਜਦੋਂ ਪ੍ਰੋਟੈਸਟ ਸ਼ੁਰੂ ਹੁੰਦੇ ਨੇ ਤਾਂ ਸਾਡੇ ਕਿਸਾਨਾਂ ਨੂੰ ਉੱਥੇ ਸੱਦਿਆ ਜਾਂਦਾ ਹੈ। ਪਹਿਲਾਂ ਅਧੂਰੀ ਇੱਕ ਲੰਗੜੀ ਚਿੱਠੀ ਭੇਜੀ ਜਾਂਦੀ ਹੈ, ਕਿਸਾਨ ਨਹੀਂ ਜਾਂਦੇ, ਦੂਸਰੀ ਚਿੱਠੀ ਭੇਜੀ ਜਾਂਦੀ ਹੈ ਤਾਂ ਕਿਸਾਨ ਜਾਂਦੇ ਹੈ, ਤਾਂ ਕਿਸਾਨਾਂ ਨੂੰ ਉੱਥੇ ਮਿਲਿਆ ਨਹੀਂ ਜਾਂਦਾ। ਮੇਰੇ ਕਹਿਣ ਦਾ ਭਾਵ ਹੈ ਕਿ ਟਕਰਾਓ ਵਾਲਾ ਜਿਹੜਾ ਰਵੱਈਆ ਸੈਂਟਰ ਗਵਰਨਮੈਂਟ ਦਾ ਜਾਂ ਗੱਲਬਾਤ ਤੋਂ ਭੱਜਣ ਵਾਲਾ ਰਵੱਈਆ ਹੈ ਉਹ Day 1 ਤੋਂ ਸ਼ੁਰੂ ਹੋ ਗਿਆ ਸੀ। ਲੋਕ ਰਾਜ ਦੇ ਵਿੱਚ ਚਾਹੀਦਾ ਹੁੰਦਾ ਕਿ ਜਿੱਥੇ ਕੋਈ ਇਸ ਕਿਸਮ ਦੇ ਤੌਖਲੇ ਉਤਪੰਨ ਹੁੰਦੇ ਆ, ਪੈਦਾ ਹੁੰਦੇ ਨੇ, ਤਾਂ ਉਹਨਾਂ ਨੂੰ ਸ਼ਾਂਤ ਕੀਤਾ ਜਾਵੇ।
ਇਹੀ ਤਾਂ ਲੋਕ ਰਾਜ ਦੀ ਖੂਬਸੂਰਤੀ ਹੁੰਦੀ ਹੈ। ਪਰਮਿੰਦਰ ਜੀ, ਜਦੋਂ ਜਿਸ ਦਿਨ ਉਹਨਾਂ ਦਾ ਸਾਡੀਆਂ 7 ਕਿਸਾਨ ਜਥੇਬੰਦੀਆਂ ਇੱਥੋਂ 7 ਨੁਮਾਇੰਦੇ ਗਏ ਸੀ ਦਿੱਲੀ ਦੇ ਵਿੱਚ ਗੱਲਬਾਤ ਕਰਨ ਲਈ, ਤਾਂ ਉੱਥੇ ਕੋਈ ਵਜ਼ੀਰ ਉਹਨਾਂ ਨੂੰ ਮਿਲ ਨਹੀਂ ਆਇਆ। ਦੂਸਰੀ ਤਰਫ ਸਾਡੇ ਜਿਹੜੇ ਰਾਜਨਾਥ ਸਿੰਘ ਹੈ, ਸਾਡੇ ਜਿਹੜੇ ਖੇਤੀ ਮੰਤਰੀ ਨਰਿੰਦਰ ਤੋਮਰ ਹੈ, ਉਹ ਕਿਸਾਨਾਂ ਦੇ ਇੱਕ ਵੱਖਰੇ ਵਫਦ ਨੂੰ ਆਪਣੀ ਰਿਹਾਇਸ਼ 'ਤੇ ਮਿਲਦੇ ਰਹੇ। ਇਵੇਂ ਜਿਵੇਂ ਹੁਣ ਕੱਲ੍ਹ ਦੇਖੋ, ਕੱਲ੍ਹ ਤਾਂ ਇੱਕ ਸਾਈਡ ਤਾਂ ਸਾਨੂੰ ਕਹਿ ਦਿੱਤਾ ਹੈਗਾ ਇਹਨਾਂ ਨੇ, ਪ੍ਰੈਜ਼ੀਡੈਂਟ ਨੇ ਇਨਕਾਰ ਕਰ ਦਿੱਤਾ। ਸੈਂਟਰ ਗੌਰਮੈਂਟ ਵੀ ਕਹਿੰਦੀ ਕਿ ਸਾਡੇ ਕੋਲ ਜਿਹੜੇ ਐਮਪੀਜ਼ ਨੇ, ਸਾਡੇ 2 ਵਜ਼ੀਰਾਂ ਤੋਂ ਸਮਾਂ ਮੰਗਿਆ ਸੀ ਆਲਰੇਡੀ, ਉਹਨਾਂ ਨੇ ਦਿੱਤਾ ਨਹੀਂ। ਉਹਨਾਂ ਨੇ ਪ੍ਰਾਈਮ ਮਿਨਿਸਟਰ ਆਫਿਸ ਨੂੰ ਪਹੁੰਚ ਕੀਤੀ, ਜਦੋਂ ਸਮਾਂ ਨਾ ਮਿਲੇ ਵੀਰਵਾਰ ਤੋਂ ਉੱਥੇ ਬੈਠੇ, ਦਿੱਲੀ ਦੇ ਵਿੱਚ ਬੈਠੇ ਸਮਾਂ ਲੈ ਰਹੇ। ਦੂਸਰੀ ਤਰਫ ਜੀਕੇ ਸਿੰਘ ਜਿਹੜੇ ਹੈਗੇ ਦਿੱਲੀ ਵਾਲੇ ਸਿੱਖ ਆਗੂ ਨੇ, ਉਹਨਾਂ ਨੂੰ ਅਮਿਤ ਸ਼ਾਹ ਘੱਟੋ ਘੱਟ 50 ਮਿੰਟ ਮਿਲਦੇ ਨੇ। ਹਾਲਾਂਕਿ ਗ੍ਰਹਿ ਮੰਤਰੀ ਦੀ ਸਿਹਤ ਬਾਰੇ ਹੈ ਕਿ ਥੋੜ੍ਹੀ ਢਿੱਲੀ ਮੱਠੀ ਹੈਗੀ ਹੈ, ਇਹਦੇ ਬਾਵਜੂਦ ਵੀ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਹੈ ਜਿਹੜੀ ਉਹ ਪੰਜਾਬ ਪ੍ਰਤੀ ਜਿਹੜਾ ਠੀਕ ਵਤੀਰਾ ਨਹੀਂ ਰੱਖ ਰਹੀ, ਤਾਂ ਮਿਲਣਾ ਨਹੀਂ ਚਾਹੁੰਦੀ ਕਿਸੇ ਨਾ ਰੂਪ ਦੇ। ਪਰ ਗੱਲ ਇਹ ਹੈ ਕਿ ਜੇ ਅਗਰ ਤੁਹਾਨੂੰ ਲੱਗਦਾ ਕਿ ਅਸੀਂ ਠੀਕ ਫੈਸਲਾ ਲਿਆ, ਉਹਦੇ ਮੁੱਢ ਪਤੇ ਕੀ ਹੈ ਕਿ ਜਿਸ ਦਿਨ ਦੀ ਇਹਨਾਂ ਨੂੰ ਮੈਸਿਵ ਮੈਜੋਰਟੀ ਮਿਲੀ ਹੈ, ਜਿਸ ਦਿਨ ਦੀ ਮੈਸਿਵ ਮੈਜੋਰਟੀ ਮਿਲੀ ਹੈ, ਉਸ ਦਿਨ ਤੋਂ ਇਹਨਾਂ ਦਾ ਰਵੱਈਆ ਜਿਹੜਾ ਚੇਂਜ ਹੋ ਗਿਆ ਹੈਗਾ। ਚਾਹੇ ਹੁਣ ਆਪਾਂ ਬਿਹਾਰ ਵਾਲੀ ਇਲੈਕਸ਼ਨ ਦੇ ਵਿੱਚ ਵੀ ਦੇਖ ਲਓ ਕਿ ਨਤੀਸ਼ ਕੁਮਾਰ ਤੇ ਗੰਢੇ ਕੋਈ ਇੱਦਾਂ ਥੋੜ੍ਹੇ ਵੱਜ ਰਹੇ ਨੇ, ਉਹਦੇ ਨਾਲ ਕੀ ਕੀਤਾ ਜਾ ਰਿਹਾ ਹੈ। ਬਿਹਾਰ ਦੀ ਇਲੈਕਸ਼ਨ ਦੇ ਵਿੱਚ ਕਿਸ ਕਿਸਮ ਦੇ ਮੁੱਦੇ, 370 ਦਾ ਮੁੱਦਾ ਵਾਰਿਆ ਜਾ ਰਿਹਾ, ਕਸ਼ਮੀਰ ਦਾ ਮੁੱਦਾ ਵਾਰਿਆ ਜਾ ਰਿਹਾ, ਚੀਨ ਦੀਆਂ ਗੱਲਾਂ ਹੋ ਰਹੀਆਂ ਨੇ। ਉਹ ਆਪਾਂ ਸਾਰੇ ਦਰਸ਼ਕ ਵੀ ਭਲੇ ਭਾਤ ਜਾਣੂ ਹੈਗੇ ਨੇ, ਪਰ ਮੈਨੂੰ ਲੱਗਦਾ ਕਿ ਉੱਥੇ ਹੁਣ ਇਹਨਾਂ ਦਾ ਕੋਈ ਬਹੁਤਾ ਇਸ ਕਿਸਮ ਦਾ ਚੱਲਣਾ ਨਹੀਂ। ਪਰ ਪੰਜਾਬ ਦੇ ਵਿੱਚ ਸਾਡੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਨੇ, ਜਿਸ ਦਿਨ ਪੰਜਾਬ ਦੇ ਵਿੱਚ ਪੁਤਲੇ ਸਾੜੇ ਗਏ ਸੀਗੇ, ਤਾਂ ਉਸ ਦਿਨ ਤੋਂ ਬਹੁਤ ਖਫਾ ਨੇ। ਹੁਣ ਉਹ ਪੰਜਾਬ ਨੂੰ ਸਬਕ ਸਿਖਾਉਣ ਦੇ ਮੂਡ 'ਚ ਨੇ। ਅਜੇ ਤੱਕ ਅਸੀਂ ਤਾਂ ਮੰਗ ਕਰਦੇ ਹਾਂ ਕਿ ਖੇਤੀ ਕਾਨੂੰਨ ਵਾਪਸ ਲਓ, ਅਸੀਂ ਤਾਂ ਵੱਡੀ ਮੰਗ ਕਰ ਰਹੇ ਹਾਂ ਨਾ। ਉਹ ਤਾਂ ਕਹਿੰਦੇ ਅਸੀਂ ਤੁਹਾਡੇ ਨਾਲ ਗੱਲ ਵੀ ਨਹੀਂ ਕਰਨੀ, ਉਹ ਤਾਂ ਗੱਲਬਾਤ ਦੀ ਟੇਬਲ ਤੇ ਆਉਣ ਨੂੰ ਤਿਆਰ ਨਹੀਂ। ਅਸੀਂ ਮੰਗ ਵੱਡੀ ਰੱਖੀ ਹੈ, ਤੇ ਸਾਨੂੰ ਇਹ ਅਫਸੋਸ ਹੈ ਕਿ ਮਿਲਣ ਲਈ ਵੀ ਸਾਨੂੰ ਉੱਥੇ ਧਰਨਾ ਦੇਣਾ ਪਿਆ ਦਿੱਲੀ ਦੇ ਵਿੱਚ। ਤਾਂ ਇਸ ਕਿਸਮ ਦਾ ਰਵੱਈਆ ਹੈਗਾ। ਔਰ ਬੀਜੇਪੀ ਦੇ ਵਿੱਚ ਖੁਦ ਵੀ ਜਿਹੜੀ ਇੰਟਰਨਲ ਡੈਮੋਕ੍ਰੇਸੀ ਵੀ ਖਤਮ ਹੋ ਰਹੀ ਹੈ ਇੱਕ ਤਰੀਕੇ ਨਾਲ, ਕਿ ਸਿਰਫ 2 ਬੰਦਿਆਂ ਦੀ ਉਸ ਦੇ ਵਿੱਚ ਚੌਧਰ ਹੈ, 2 ਬੰਦਿਆਂ ਨੇ ਫੈਸਲਾ ਲੈਣਾ ਹੈਗਾ। ਤੇ ਜੇ ਇੰਟਰਨਲ ਡੈਮੋਕ੍ਰੇਸੀ ਹੋਵੇ ਪਾਰਟੀਆਂ ਦੀ, ਫਿਰ ਵੀ ਬਹੁਤ ਸਾਰੇ ਮਸਲੇ ਜਿਹੜੇ ਉਹ ਗੱਲਬਾਤ ਦੇ ਜ਼ਰੀਏ ਸੁਲਝ ਜਾਂਦੇ ਹੁੰਦੇ ਨੇ। ਪਰ ਇਹਨਾਂ ਦਾ ਨਹੀਂ ਲੱਗਦਾ ਹੈਗਾ। ਇਹਨਾਂ ਦਾ ਜਿਸ ਦਿਨ ਹਰਸਿਮਰਤ ਕੌਰ ਬਾਦਲ ਨੇ ਆਪਣੀ ਵਜ਼ੀਰੀ ਤੋਂ ਰਿਜ਼ਾਈਨ ਕੀਤਾ ਹੈ, ਉਹ ਵੀ ਚਾਹੁੰਦੇ ਸੀ ਪ੍ਰਧਾਨ ਮੰਤਰੀ ਨੂੰ ਮਿਲਣ, ਟਾਈਮ ਲੈਣਾ ਚਾਹੁੰਦੇ ਸੀ, ਪਰ ਉਹਨਾਂ ਨੂੰ ਨਹੀਂ ਮਿਲੇ। ਇੱਥੋਂ ਤੱਕ ਕਿ ਸੁਖਬੀਰ ਬਾਦਲ ਖੁਦ ਇਸ ਗੱਲ ਦਾ ਖੁਲਾਸਾ ਕਰ ਚੁੱਕੇ ਨੇ ਕਿ ਅਸੀਂ 7 ਸਾਲ ਦੇ NDA 'ਚ ਸੀ ਜਦੋਂ, ਸਾਡੇ ਨਾਲ ਇੱਕ ਮੀਟਿੰਗ ਤੱਕ ਨਹੀਂ ਕੀਤੀ। ਇਹ ਖੁਦ ਉਹਨਾਂ ਦੇ ਪਾਰਟਨਰ ਇਹ ਗੱਲ ਕਹਿ ਰਹੇ ਨੇ। ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜ ਹੈਗੀ ਹੈ ਕਿ ਇੰਨੇ ਈਗੋਇਸਟਿਕ ਹੈ ਸਾਡੇ ਪ੍ਰਧਾਨ ਮੰਤਰੀ। ਉਹਨਾਂ ਨੂੰ ਲੱਗਦਾ ਕਿ ਮੇਰੇ ਕੋਲ 303 ਸੀਟਾਂ ਹੈਗੀਆਂ, ਮੈਨੂੰ ਕਿਸੇ ਦੀ ਲੋੜ ਨਹੀਂ। ਪਰ ਜਮਹੂਰੀਅਤ ਦੇ ਵਿੱਚ ਸਾਰੀਆਂ ਗੱਲਾਂ ਉੱਦਾਂ ਨਹੀਂ ਚੱਲਦੀਆਂ ਜਿੱਦਾਂ ਅਸੀਂ ਸੋਚਦੇ ਹੁੰਦੇ ਹਾਂ। ਤਾਂ ਇਹਦੇ ਵਿੱਚ ਕਿਸਾਨਾਂ ਵਾਲੇ ਐਂਗਲ ਤੋਂ ਵੀ ਜੋ ਅਸੀਂ ਗੱਲ ਕਰਦੇ ਹਾਂ, ਤਾਂ ਇਹਦੇ ਵਿੱਚ ਵੀ ਮਤਲਬ ਕਿਸੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕਿਸਾਨਾਂ ਨਾਲ ਜਿਹੜੀ ਗੱਲਬਾਤ ਦਾ ਮੁੱਢ ਹੈ ਜਿਹੜਾ ਬੰਨਣਾ ਪੈਣਾ, ਫੇਰ ਹੀ ਕੋਈ ਨਵਾਂ ਰਾਹ ਨਿਕਲੇਗਾ। ਅੱਛਾ, ਦੂਸਰੀ ਗੱਲ ਤੁਸੀਂ ਕੀਤੀ ਵੀ 2 ਜਿਹੜੀਆਂ ਧਿਰਾਂ ਨੇ ਪੰਜਾਬ ਦੀਆਂ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ, ਇੱਥੇ ਤਾਂ ਉਹ ਕਿਸਾਨਾਂ ਦੀਆਂ ਪਿੱਠ ਥਾਪੜਦੀਆਂ ਨੇ, ਪਰ ਉਹਨਾਂ ਦੇ ਵਿਧਾਇਕ ਦਿੱਲੀ ਧਰਨੇ 'ਚ ਨਹੀਂ ਪੁੱਜੇ। ਉਹਨਾਂ ਦੀ ਗੈਰ ਹਾਜ਼ਰੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਬਿਲਕੁਲ ਜਿਸ ਤਰ੍ਹਾਂ ਪਰਮਿੰਦਰ ਤੁਹਾਡਾ ਇਹ ਸਵਾਲ ਹੈ, ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਵਿੱਚ ਮਨਾਂ ਵਿੱਚ ਵੀ ਇਹ ਸਵਾਲ ਆਇਆ ਹੈਗਾ ਕਿ ਵੀ ਜਦੋਂ ਅਸੀਂ ਇੱਥੇ ਖੇਤੀ ਸੋਧ ਬਿੱਲ ਪਾਸ ਹੁੰਦੇ ਆ, ਉਦੋਂ ਸਾਰੀਆਂ ਧਿਰਾਂ ਜਿਹੜੀਆਂ ਉਹ ਸਹਿਮਤੀ ਦਿੰਦੀਆਂ ਨੇ, ਇਕਜੁੱਟਤਾ ਜ਼ਾਹਰ ਕਰਦੀਆਂ। 115 MLA 2 ਭਾਜਪਾ ਨੂੰ ਛੱਡ ਕੇ ਗਵਰਨਰ ਹਾਊਸ ਵੀ ਜਾਂਦੀਆਂ ਨੇ। ਪਰ ਉਸ ਤੋਂ 2 ਸੈਕਿੰਡ ਡੇ ਹੀ ਹੈ ਜਿਹੜਾ ਉਹਨਾਂ ਦੀ ਜਿਹੜੀ ਬੋਲੀ ਹੈ, ਬੋਲਬਾਣੀ ਹੈ, ਉਹ ਬਦਲ ਜਾਂਦੀ ਹੈਗੀ ਹੈ। ਹੁਣ ਜਦੋਂ ਇਹ ਗੱਲ ਚੱਲੀ ਸੀ ਕਿ ਪਿਛਲੀ 4-5 ਦਿਨ ਪਹਿਲਾਂ CM ਸਾਹਿਬ ਨੇ ਕਿਹਾ ਸੀ ਕਿ ਅਸੀਂ 4 ਤਰੀਕ ਨੂੰ ਉੱਥੇ ਮਿਲਣ ਜਾਣਾ ਹੈਗਾ। ਕੱਲ੍ਹ ਗੱਲ ਸਾਫ਼ ਹੋ ਗਈ ਸੀ ਕਿ ਅਸੀਂ ਪ੍ਰੋਟੈਸਟ ਕਰਨ ਜਾਣਾ, ਜਦੋਂ ਪ੍ਰੈਜ਼ੀਡੈਂਟ ਨੇ ਸਮਾਂ ਨਾ ਦਿੱਤਾ। ਤਾਂ ਦੋਨੇ ਧਿਰਾਂ ਦਾ ਜਿਹੜਾ ਰਵੱਈਆ ਹੈ ਉਹ ਇੱਕੋ ਜਿਹਾ ਹੈ। ਪਰ ਇਹਨਾਂ ਨੇ, ਮੈਨੂੰ ਇਹ ਲੱਗਦਾ ਹੈ ਕਿ ਸਾਡੀ ਵਿਰੋਧੀ ਧਿਰ ਜਿਹੜੀ ਆਮ ਆਦਮੀ ਪਾਰਟੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੇ, ਇਹਨਾਂ ਨੇ ਆਪਣੇ ਆਪ ਨੂੰ ਸਿਰਫ 2022 ਤੱਕ ਸੀਮਿਤ ਕੀਤਾ ਲੱਗਦਾ ਹੈਗਾ। ਇਹਨਾਂ ਨੂੰ ਸਿਰਫ ਆਪਣੀ ਸਿਆਸੀ ਤਾਕਤ ਦੇ ਐਂਗਲ ਤੋਂ ਲੜ ਰਹੇ ਨੇ, ਜਦ ਕਿ ਪੰਜਾਬ ਦੇ ਵਿੱਚ ਇਸ ਵੇਲੇ ਲੜਾਈ ਹੈ ਜਿਹੜੀ ਉਹ ਕਾਫੀ ਵੱਡੇ ਕੈਨਵਸ 'ਤੇ ਲੜੀ ਜਾ ਰਹੀ ਹੈਗੀ ਹੈ। ਸਾਨੂੰ ਜਿਹੜੀ ਪਹਿਲ ਹੈ 2022 ਦੀ ਥਾਂ ਫਸਟਲੀ ਸਾਨੂੰ ਜਿਹੜਾ ਕਿਸਾਨਾਂ ਦੇ ਮੁੱਦੇ ਨੂੰ ਦੇਣੀ ਚਾਹੀਦੀ ਹੈ, ਜਿਹੜਾ ਕ੍ਰਾਈਸਿਸ ਪੰਜਾਬ ਦੇ ਸਿਰ ਪਿਆ ਜਾਂ ਗਲ ਪਿਆ ਹੋਇਆ। ਹੁਣ ਜਿਵੇਂ ਆਪਾਂ ਦੇਖਿਆ ਕਿ ਅਕਾਲੀ ਦਲ ਨੇ ਪਿੱਛੇ ਥੋੜ੍ਹੇ ਦਿਨ, ਕੱਲ੍ਹ ਜਾਂ ਪਰਸੋਂ ਨਾਭੇ ਦੇ ਵਿੱਚ ਧਰਨਾ ਲਾਇਆ, ਪ੍ਰੋਟੈਸਟ ਕੀਤਾ। ਠੀਕ ਹੈ, ਕਰਨਾ ਬਣਦਾ, ਪਰ ਸਾਨੂੰ ਦੇਖਣਾ ਪਏਗਾ ਕਿ ਲਾਰਜੈਸਟ ਇੰਟਰਸਟ ਹੈ ਜਿਹੜੇ ਉਹ ਕਿੱਥੇ ਖੜੇ ਨੇ। ਪ੍ਰਾਇਓਰਟੀ ਸਾਨੂੰ ਤੈਅ ਕਰਨੀ ਪੈਣੀ ਹੈਗੀ ਹੈ। ਔਰ ਸਾਡੇ ਜਿਹੜੇ
ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਨਾ ਜਾਣ ਦਾ ਲੌਜਿਕ ਦਿੱਤਾ ਹੈ, ਉਹਨਾਂ ਨੇ ਕਿਹਾ ਹੈ ਕਿ ਇਹ ਪੰਜਾਬ ਸਰਕਾਰ ਹੈ ਜਿਹੜੀ ਇਹ ਢੌਂਗ ਕਰ ਰਹੀ ਹੈ, ਇਹ ਇੱਕ ਤਮਾਸ਼ਾ ਕਰ ਰਹੀ ਹੈ ਸਿਰਫ ਸਿਆਸੀ ਲਾਏ ਲਈ। ਅਗਰ ਇਹਨਾਂ ਨੇ ਮਿਲਣਾ ਹੀ ਹੈ ਤਾਂ ਪ੍ਰਾਈਮ ਮਿਨਿਸਟਰ ਤੋਂ ਟਾਈਮਲਾਈਨ, ਪ੍ਰੈਜ਼ੀਡੈਂਟ ਤੋਂ ਕਿਉਂ? ਪਰ ਇਹ ਜੇ ਆਪਾਂ ਸੁਖਬੀਰ ਬਾਦਲ ਦੀ ਗੱਲ ਨੂੰ ਚੇਤੇ ਕਰੀਏ ਕਿ ਉਹਨਾਂ ਨੂੰ 7 ਸਾਲ ਦੇ ਵਿੱਚ ਕਦੇ ਮੁਲਾਕਾਤ ਲਈ ਟਾਈਮ ਨਹੀਂ ਸੀ ਦਿੱਤਾ ਜਾਂ ਮਿਲੇ ਨਹੀਂ ਸੀ, ਜਾਂ ਜਦੋਂ ਹਰਸਿਮਰਤ ਅਸਤੀਫਾ ਦੇਣਾ ਚਾਹੁੰਦੀ ਸੀ, ਮਿਲਣਾ ਚਾਹੁੰਦੀ ਸੀ, ਉਹਨਾਂ ਨੂੰ ਨਹੀਂ ਮਿਲੇ, ਤਾਂ ਇਹ ਕਿਵੇਂ ਪੋਸੀਬਲ ਸੀ? ਜਿਸ ਕਿਸਮ ਦਾ ਸਾਡੀ ਪ੍ਰਾਈਮ ਮਿਨਿਸਟਰ ਦਾ, ਸਾਡੀ ਸਰਕਾਰ ਦਾ ਸੁਭਾਅ ਹੈ ਕਿ ਉਹ ਟਾਈਮ ਦੇ ਦਿੰਦੇ। ਪਰ ਇਹ ਗੱਲ ਦੂਸਰੀ ਤਰਫ ਗੱਲ ਬਣਦੀ ਵੀ ਹੈ ਕਿ ਕੋਈ ਐਡੀ ਗੱਲ ਨਹੀਂ ਸੀ ਕਿ ਸਾਡੀ ਸਰਕਾਰ ਹੈ ਜਿਹੜੀ ਪਾਵਰ ਵਾਲਾ ਬੰਦਾ ਉਹੀ ਲੀਡ ਕਰਦਾ ਹੁੰਦਾ, ਅਤੇ ਸਾਡੇ ਮੁੱਖ ਮੰਤਰੀ ਨੂੰ ਵੀ ਬਣਦਾ ਸੀ ਕਿ ਉਹ ਉੱਧਰੋਂ ਵੀ ਟਾਈਮ ਲੈ ਲੈਂਦੇ, ਕਿਉਂਕਿ ਸਾਰੇ ਫਰੰਟਾਂ ਤੋਂ ਹੀ ਅਸੀਂ, ਇਹ ਨਹੀਂ ਕਿ ਅਸੀਂ ਪ੍ਰੈਜ਼ੀਡੈਂਟ ਮਿਲੇਗਾ ਤੇ ਤਾਂ ਹੀ ਸਾਰਾ ਮਸਲਾ ਹੱਲ ਹੋਏਗਾ, ਸਾਰੇ ਪਾਸਿਓਂ ਬਿਲਕੁਲ ਬਿਲਕੁਲ। ਜਿਸ ਤਰ੍ਹਾਂ ਸਾਡੇ ਅਸੀਂ ਐਮਪੀਆਂ ਨੂੰ ਭੇਜਿਆ ਕਿ ਤੁਸੀਂ ਰੇਲਵੇ ਮਿਨਿਸਟਰ ਨੂੰ ਮਿਲੋ, ਤਾਂ ਸਾਨੂੰ ਪ੍ਰਾਈਮ ਮਿਨਿਸਟਰ ਤੋਂ ਵੀ ਸਮਾਂ ਲੈ ਲੈਣਾ ਚਾਹੀਦਾ। ਉਹਦੇ ਵਿੱਚ ਵੀ ਕੀ ਹਰਜ ਹੈ? ਅਗਰ ਜੇ ਉਹ ਗੱਲਬਾਤ ਤੋਂ ਭੱਜਦਾ ਹੈ ਤਾਂ ਇਹਦੇ ਨਾਲ ਪੰਜਾਬ ਦਾ ਪੱਖ ਹੈ ਜਿਹੜਾ ਹੋਰ ਮਜ਼ਬੂਤ ਹੋਣਾ ਸੀ। ਤੇ ਜਿੱਥੋਂ ਤੱਕ ਰਹੀ ਗੱਲ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਦਾ ਤਾਂ ਇਹ ਵੀ ਹੋ ਸਕਦਾ ਕਿ ਉੱਥੇ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਹੈ ਕਿ ਉਹਨਾਂ ਦਾ ਕੋਈ ਕਿਸੇ ਇਸ ਕਿਸਮ ਦਾ ਇਸ਼ਾਰਾ ਹੋਵੇ, ਉਹਨਾਂ ਦੀ ਵੀ ਇਹੀ ਰੱਟ ਹੈ ਕਿ ਤੁਸੀਂ ਉੱਥੇ ਜਿਹੜਾ ਹੈਗਾ ਢੌਂਗ ਕਰ ਰਹੇ ਹੈਗੇ ਹੋ, ਤੁਸੀਂ ਪ੍ਰਾਈਮ ਮਿਨਿਸਟਰ ਨੂੰ ਮਿਲੋ। ਪਰ ਉੱਥੇ ਮੌਕਾ ਇਹ ਸੀਗਾ, ਇਸ ਕਿਸਮ ਦਾ ਸੀਗਾ ਕਿ ਅਸੀਂ ਨੈਸ਼ਨਲ ਲੈਵਲ 'ਤੇ, ਕੌਮੀ ਪੱਧਰ 'ਤੇ ਇੱਕ ਮੈਸੇਜ ਦੇਣਾ ਸੀ ਉੱਥੋਂ ਦੀ ਸਟੇਟ ਨੂੰ, ਸਾਰੇ ਕੰਟਰੀ ਦੇ ਲੋਕਾਂ ਨੂੰ, ਕਿ ਅਸੀਂ ਪੰਜਾਬ ਇਕਜੁੱਟ ਹਾਂ, ਸਾਡੀ ਕੋਈ ਸਿਆਸੀ ਬਖਰੇਵੇਂ ਨਹੀਂ, ਘੱਟੋ ਘੱਟ ਕਿਸਾਨੀ ਦੇ ਮੁੱਦੇ ਦੇ ਵਿੱਚ। ਉਹਦੇ ਵਿੱਚ ਇਹ ਦੋਨੇ ਧਿਰਾਂ ਜਿਹੜੀਆਂ ਖੁੰਝ ਗਈਆਂ। ਉਸ ਤੋਂ ਬਿਨਾਂ ਸਰਕਾਰ ਦੀ ਵੀ ਥੋੜ੍ਹੀ ਜਿਹੀ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਕਮੀ ਰਹੀ ਹੈ, ਕਿਉਂਕਿ ਸਾਡੇ ਸੀਐਮ ਨੂੰ ਚਾਹੀਦਾ ਸੀ ਕਿ ਜਾਂ ਤਾਂ ਇਸ ਕਿਸਮ ਦਾ ਪ੍ਰੋਟੈਸਟ ਜਦੋਂ ਦਿੱਲੀ 'ਤੇ ਕਰਨਾ ਸੀ ਤਾਂ ਪਹਿਲਾਂ ਕੋਈ ਸਰਵ ਪਾਰਟੀ ਮੀਟਿੰਗ ਬੁਲਾ ਲਈ ਜਾਂਦੀ, ਜਾਂ ਉਹਨਾਂ ਨਾਲ ਫਾਰਮਲੀ ਚਲੋ ਮੀਟਿੰਗ ਨਹੀਂ ਬੁਲਾਈ ਜਾ ਸਕੀ ਤਾਂ ਉਹਨਾਂ ਨੂੰ ਜਿਵੇਂ ਸੁਖਬੀਰ ਬਾਦਲ ਨਾਲ ਗੱਲ ਕਰ ਲੈਣੀ ਚਾਹੀਦੀ ਸੀ ਫੋਨ 'ਤੇ, ਜਾਂ ਇਹਨਾਂ ਦੇ ਚੀਮਾ ਸਾਹਿਬ ਜਿਹੜੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਸੀ। ਤਾਂ ਇਹਨਾਂ ਨੂੰ ਵੀ ਚਾਹੀਦਾ ਸੀ ਕਿ ਉੱਥੇ ਇਕਜੁੱਟਤਾ ਉੱਥੇ ਜ਼ਾਹਰ ਹੁੰਦੀ। ਪਰ ਉੱਥੇ ਸੁਖਪਾਲ ਸਿੰਘ ਖਹਿਰਾ ਜਿਹੜੇ ਉਹ ਗਏ ਨੇ, ਤਾਂ ਇਹ ਤੋਂ ਇਲਾਵਾ ਜਿਹੜੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਨੇ ਉਹ ਗਏ ਨੇ, ਪਰ ਚਰਚਾ ਇਹ ਹੈ ਕਿ ਉਹ ਉੱਥੇ ਜੰਤਰ ਮੰਤਰ ਦੇ ਧਰਨੇ ਵਿੱਚ ਦੇਖੇ ਨਹੀਂ ਗਏ। ਇਵੇਂ ਜਿਵੇਂ ਤੁਹਾਡਾ ਜਿਹੜੇ ਇੱਕ ਥੋੜ੍ਹੀ ਜਿਹੀ ਤਲਖੀ ਉੱਥੇ ਹੋਰ ਵੀ ਦੇਖਣ ਨੂੰ ਮਿਲੀ, ਦਰਸ਼ਕਾਂ ਨਾਲ ਵੀ ਸਾਂਝੀ ਕਰਨੀ ਬਣਦੀ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਬੋਲਣਾ ਸ਼ੁਰੂ ਹੋਏ ਤਾਂ ਜਿਹੜੇ ਸਾਡੇ ਰਵਨੀਤ ਸਿੰਘ ਬਿੱਟੂ ਐਮਪੀ ਸੀ ਉਹ ਉੱਠ ਕੇ ਚਲੇ ਗਏ ਸੀ, ਕਿਉਂਕਿ ਦੋਨਾਂ ਦੀ ਆਪਸ 'ਚ ਕਿਤੇ ਨਾ ਕਿਤੇ ਜਿਹੜੀ ਰਾਸ਼ੀ ਹੈ ਉਹ ਮਿਲਦੀ ਨਹੀਂ ਹੈਗੀ ਹੈ। ਇਵੇਂ ਜਿਵੇਂ ਪ੍ਰਤਾਪ ਸਿੰਘ ਬਾਜਵਾ ਦੀ ਉੱਥੋਂ ਗੈਰ ਹਾਜ਼ਰੀ ਰਹੀ ਹੈ, ਪਰ ਜਦੋਂ ਜੰਤਰ ਮੰਤਰ ਤੋਂ ਖਤਮ ਹੋਇਆ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਸੀ ਕਿ ਉੱਥੇ ਜਿਹੜੇ ਸਾਡੇ ਸੀਐਮ ਸਾਹਿਬ ਹੈ ਉਹ ਮੀਟਿੰਗ ਕਰਨਗੇ, ਪਰ ਉਹ ਮੀਟਿੰਗ ਨਹੀਂ ਕੀਤੀ, ਉਹਨਾਂ ਨੇ ਲੰਚ ਕਰਾ ਕੇ ਉਹਨਾਂ ਨੂੰ ਵਾਪਸ ਤੋਰ ਦਿੱਤਾ। ਇੱਕ ਆਪਣੀ ਗੱਲ ਰਹੇਗੀ ਕਿ ਪਰਮਿੰਦਰ ਢੀਂਡਸਾ ਉਹ ਵੀ ਉੱਥੇ ਗਏ, ਉਹ ਸੀਐਮ ਸਾਹਿਬ ਦੇ ਨਾਲ ਬੈਠੇ, ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਕਿਹਾ ਕਿ ਕਾਂਗਰਸ ਨਾਲ ਸਾਡੀ ਸੋਚ, ਸਾਡੀ ਅਪਰੋਚ ਬਿਲਕੁਲ ਨਹੀਂ ਮਿਲਦੀ, ਸਾਡੇ ਸਿਆਸੀ ਬਖਰੇਵੇਂ ਹੈ ਔਰ ਸਿਆਸੀ ਬਖਰੇਵੇਂ ਰਹਿਣਗੇ, ਪਰ ਇਸ ਦੇ ਬਾਵਜੂਦ ਅਸੀਂ ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਰੱਖ ਕੇ ਅੱਜ ਕਾਂਗਰਸ ਦੇ ਨਾਲ, ਇੱਥੇ ਪੰਜਾਬ ਸਰਕਾਰ ਦੇ ਨਾਲ ਚੱਲ ਕੇ ਆਏ ਹਾਂ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਾਂਗਰਸ ਦੇ ਨਾਲ ਅਸੀਂ ਖੜਾਂਗੇ। ਤਾਂ ਇਹ ਇੱਕ ਮੌਕਾ ਸੀ ਸਾਡੇ ਕੋਲੇ। ਤਾਂ ਅੱਜ ਇੱਕ ਸੀਐਮ ਸਾਹਿਬ ਨੇ ਇੱਕ ਹੋਰ ਵੀ ਗੱਲ ਰਹਿ ਨਾ ਜਾਵੇ ਪਰਮਿੰਦਰ, ਇਹ ਵੀ ਕਲੀਅਰ ਕੀਤੀ ਹੈ ਕਿ ਜਦੋਂ ਤੋਂ ਅਸੀਂ ਖੇਤੀ ਬਿੱਲ ਲਿਆਂਦੇ ਨੇ, ਸੈਂਟਰ ਨੇ ਆਪਣਾ ਜਿਹੜਾ ਸਕੰਜਾ ਹੈਗਾ ਸਾਡੇ ਤੇ, ਪਰਿਵਾਰ ਤੇ ਵਧਾਉਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਸਾਡਾ ਐਨਫੋਰਸਮੈਂਟ ਡਾਇਰੈਕਟੋਰੇਟ ਹੈ, ਈਡੀ ਹੈ, ਜਾਂ ਇਨਕਮ ਟੈਕਸ ਹੈ, ਉਹਨਾਂ ਦੇ ਸਾਨੂੰ ਨੋਟਿਸ ਮਿਲਣੇ, ਉਹਨਾਂ ਦੀ ਨੋਟਿਸ ਮਿਲਣੇ ਸਾਨੂੰ ਸ਼ੁਰੂ ਹੋ ਗਏ ਨੇ। ਅੱਜ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਪੋਤਿਆਂ ਤੱਕ, ਜਿਹੜੇ ਮੇਰੇ ਗ੍ਰੈਂਡਸਨ ਹੈ, ਉਹਨਾਂ ਨੂੰ ਨੋਟਿਸ ਤੱਕ ਦੇ ਦਿੱਤੇ ਨੇ। ਇਹ ਤੋਂ ਲੱਗਦਾ ਕਿ ਜਿਹੜੀ ਸਰਕਾਰ ਹੈਗੀ ਸੈਂਟਰ ਦੀ, ਮੋਦੀ ਸਰਕਾਰ ਹੈ, ਉਹ ਛੇਤੀ ਕਿਤੇ ਮੰਨਣ ਵਾਲੀ ਨਹੀਂ। ਉਹ ਆਉਣ ਵਾਲੇ ਦਿਨਾਂ 'ਚ ਹਜੇ ਪੰਜਾਬ ਨੂੰ ਪਰਖੇਗੀ। ਅਜੇ ਉਹ ਗੱਲਬਾਤ ਕਰਨ ਦੇ ਮੂਡ ਦੇ ਵਿੱਚ 0% ਵੀ ਨਹੀਂ, ਸਿਰਫ ਅੱਜ ਥੋੜ੍ਹੀ ਜਿਹੀ ਖਿਸਕੀ ਹੈਗੀ ਹੈ। ਹਾਲਾਂਕਿ ਉਹਨਾਂ ਦੇ ਜਿਹੜੇ ਪੰਜਾਬ ਦੇ ਆਗੂ ਹੈ, ਉਹਨਾਂ ਦਾ ਫਾਜ਼ਿਲਕਾ ਦੇ ਵਿੱਚ, ਬਠਿੰਡਾ ਦੇ ਵਿੱਚ ਕੱਲ੍ਹ ਘਰਾਓ ਵੀ ਹੋਇਆ, ਹਾਂਜੀ, ਉਹਨਾਂ ਨੂੰ ਬੜੀ ਔਖ ਦੇ ਦਿਨਾਂ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ। ਪਰ ਇਹਦੇ ਬਾਵਜੂਦ ਸਰਕਾਰ ਹਜੇ ਇਸ ਚੀਜ਼ ਨੂੰ ਬਾਅਦ 'ਚ ਕਰ ਰਹੀ ਹੈ। ਹੋ ਸਕਦਾ ਕੱਲ੍ਹ ਵਾਲਾ ਕੋਈ ਪ੍ਰੋਗਰਾਮ ਹੈ ਜਿਹੜਾ ਕਿਸਾਨਾਂ ਦਾ, ਉਸ ਨੂੰ ਦੇਖ ਕੇ ਉਸ ਤੋਂ ਬਾਅਦ ਕੋਈ ਗੱਲ ਅੱਗੇ ਵਧੇ। ਅੱਛਾ ਜੀ, ਇਹ ਤਾਂ ਹੋ ਗਿਆ ਦਿੱਲੀ ਵਾਲਾ ਮਸਲਾ। ਹੁਣ ਜਿਹੜੀਆਂ ਪੰਜਾਬ ਦੀਆਂ 30 ਕਿਸਾਨ ਧਿਰਾਂ ਨੇ, ਉਹਨਾਂ ਨੇ ਵੀ ਮੀਟਿੰਗ ਰੱਖੀ ਸੀ ਚੰਡੀਗੜ੍ਹ 'ਚ, ਅਤੇ ਉਹ ਕਿਸ ਨਤੀਜੇ 'ਤੇ ਪਹੁੰਚੇ, ਉਹਦੇ ਬਾਰੇ ਵੀ ਸਾਨੂੰ ਚਾਨਣਾ ਪਾਓ। ਪਰਮਿੰਦਰ, ਅੱਜ ਜਿਹੜੀਆਂ 30 ਕਿਸਾਨ ਜਥੇਬੰਦੀਆਂ ਇਕੱਠੀਆਂ ਨੇ, ਉਹਨਾਂ ਨੇ ਅੱਜ ਇੱਥੇ ਕਿਸਾਨ ਭਵਨ ਦੇ ਵਿੱਚ ਮੀਟਿੰਗ ਕੀਤੀ ਹੈਗੀ ਹੈ, ਕਿਉਂਕਿ ਉਹਨਾਂ ਦੀ ਆਲਰੇਡੀ ਤੈਅ ਸੀ ਕਿ ਅਸੀਂ 4 ਤਰੀਕ ਨੂੰ ਮੀਟਿੰਗ ਕਰਾਂਗੇ। ਉਹਨਾਂ ਨੇ ਮਾਲ ਗੱਡੀਆਂ ਲਈ ਜਿਹੜੀ ਛੋਟ ਦਿੱਤੀ ਸੀ ਪੰਜਾਬ ਦੇ ਵਿੱਚ, ਉਹ 5 ਨਵੰਬਰ ਤੱਕ ਦੀ ਸੀ। ਤਾਂ ਉਹਨਾਂ ਨੇ ਨਵੇਂ ਜਿਹੜੇ ਹਾਲਾਤ ਬਣੇ ਨੇ, ਜਾਂ ਸੈਂਟਰ ਸਰਕਾਰ ਨੇ ਜਿਸ ਕਿਸਮ ਦੀ ਅੜੀ ਫੜੀ ਹੈ, ਉਸ ਨੂੰ ਦੇਖਦੇ ਹੋਏ ਜਿਹੜੀਆਂ ਮਾਲ ਗੱਡੀਆਂ ਲਈ ਜਿਹੜੀ ਛੋਟ ਹੈ ਹੁਣ, ਉਹ ਅੱਗੇ 20 ਨਵੰਬਰ ਤੱਕ ਕਰ ਦਿੱਤੀ।
ਉਹ ਕਹਿੰਦੇ ਕਿ 20 ਨਵੰਬਰ ਤੱਕ ਤਾਂ ਅਸੀਂ ਕਿਤੇ ਵੀ ਕਿਸੇ ਰੇਲ ਮਾਰਗ ਤੇ ਕੋਈ ਕਿਸੇ ਟਰੈਕ ਤੇ ਨਹੀਂ ਬੈਠਾਂਗੇ, ਬਲਕਿ ਉਹ ਰੇਲਵੇ ਸਟੇਸ਼ਨਾਂ ਤੇ ਬੈਠੇ ਨੇ। ਮੁਸਾਫਰ ਗੱਡੀਆਂ ਨੂੰ ਅਜੇ ਕੋਈ ਛੋਟ ਨਹੀਂ ਹੈਗੀ, ਉਹ ਤਾਂ ਕੋਰਟ ਤੋਂ ਮਗਰੋਂ ਪਹਿਲਾਂ ਵੀ ਇਦਾਂ ਹੀ ਚੱਲ ਰਿਹਾ ਸੀ ਕਿ ਮੁਸਾਫਰ ਗੱਡੀਆਂ ਪੂਰੀਆਂ ਨਹੀਂ ਚੱਲ ਰਹੀਆਂ ਸੀਗੀਆਂ, ਪਰ ਮਾਲ ਗੱਡੀਆਂ ਨੂੰ ਉਹਨਾਂ ਨੇ 20 ਤਰੀਕ ਤੱਕ ਕਿਹਾ ਕਿ ਮਾਲ ਗੱਡੀਆਂ ਨੂੰ ਅਸੀਂ ਚੱਲਣ ਪੰਜਾਬ ਦੇ ਵਿੱਚ ਦੇ ਦੇਵਾਂਗੇ। ਜਿਹੜੀਆਂ ਦੋ BKU ਵਾਲੇ ਇੱਕ ਤੇ ਰਹਿ ਜਿਹੜੀ ਉਹ ਜਿਹੜੀ ਉੱਥੇ ਥਰਮਲਾ ਅੱਗੇ ਬੈਠੀ ਹੈ, ਰਾਜਪੁਰੇ ਹੈ, ਤਲਵੰਡੀ ਸਾਬੋ ਹੈ। ਇਸ ਤੋਂ ਬਿਨਾਂ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਅਸੀਂ ਟੋਲ ਪਲਾਜ਼ਿਆਂ ਤੇ ਬੈਠੇ ਹਾਂ ਜਾਂ ਰਿਲਾਇੰਸ ਦੇ ਪੰਪਾਂ ਤੇ ਬੈਠੇ ਹਾਂ ਜਾਂ ਹੋਰ ਅਸੀਂ ਧਰਨੇ ਮੁਜ਼ਾਹਰੇ ਜਿੱਥੇ ਦੇ ਰਹੇ ਹਾਂ, ਉਹ ਸਾਡੇ ਐਜ਼ ਇਟ ਕੰਟੀਨਿਊ ਰਹਿਣਗੇ। ਤਾਂ ਕੱਲ੍ਹ ਨੂੰ ਜਿਹੜਾ ਹੈਗਾ ਸਾਰੀਆਂ ਆਲ ਇੰਡੀਆ ਪੱਧਰ ਤੇ ਚੱਕਾ ਜਾਮ ਦਾ ਜਿਹੜਾ ਸੱਦਾ ਦਿੱਤਾ ਹੋਇਆ 12 ਵਜੇ ਤੋਂ ਲੈ ਕੇ 4 ਵਜੇ ਤੱਕ, ਤਾਂ ਕੱਲ੍ਹ ਦਾ ਦਿਨ ਵੀ ਸਾਡੇ ਲਈ ਬੜਾ ਜਿਹੜੇ ਕਿਸਾਨ ਅੰਦੋਲਨ ਲਈ ਅਹਿਮ ਹੈ ਔਰ ਪਹਿਲੀ ਵਾਰ ਹੋਏਗਾ ਕਿ ਜਿਹਦੇ ਵਿੱਚ ਅਸੀਂ ਦੇਖਾਂਗੇ ਕਿ ਸਾਡੀ ਜਿਹੜੀ ਸ਼ਕਤੀ ਹੈ, ਕਿਉਂਕਿ ਪੰਜਾਬ 'ਚ ਤਾਂ ਅਸੀਂ ਇੱਕ ਲੀਡ ਕਰਨ 'ਚ ਕਾਮਯਾਬ ਹੋਏ ਹਾਂ ਕਿ ਨੈਸ਼ਨਲ ਲੈਵਲ ਤੇ ਅਸੀਂ ਸਰਕਾਰ ਨੂੰ ਕਿੰਨਾ ਕੁ ਹਲੂਣਾ ਦੇ ਸਕਦੇ ਹਾਂ। ਔਰ ਸਰਕਾਰ ਵੀ ਜਿਹੜੀ ਕੱਲ੍ਹ ਲੋਕ ਕਿਸਾਨਾਂ ਦੀ ਤਾਕਤ ਹੈ ਉਸ ਨੂੰ ਦੇਖਣ ਮਗਰੋਂ ਹੀ ਸਰਕਾਰ ਹੈ ਜਿਹੜਾ ਆਪਣਾ ਐਟੀਟਿਊਡ ਹੈ ਉਹਦੇ 'ਚ ਕੋਈ ਬਦਲਾਅ ਲਿਆਏਗੀ। ਪਿਆਰੇ ਦਰਸ਼ਕੋ, ਅੱਜ ਦੀ ਗੱਲਬਾਤ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਕੱਲ੍ਹ ਇੱਕ ਨਵੇਂ ਵਿਸ਼ੇ ਨਾਲ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ੍ਰੀ ਅਕਾਲ।